ਸਤਿ ਸ਼੍ਰੀ ਅਕਾਲ। ਜੋਤਿਸ਼ ਸ਼ਾਸਤਰ ਦੇ ਉੱਤੇ ਸਾਡਾ ਖਾਸ ਪ੍ਰੋਗਰਾਮ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਜੋਤਿਸ਼ ਦੀ, ਗੱਲ ਕਰਦੇ ਹਾਂ ਇਨਸਾਨ ਦੇ ਜੀਵਨ ਤੇ ਜੋਤਿਸ਼ ਦਾ ਕੀ ਪ੍ਰਭਾਵ ਪੈਂਦਾ ਹੈ। ਇਸ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਏ ਨੇ ਜੋਤਿਸ਼ਾਚਾਰਿਆ ਵਿਕਾਸ ਮਿੱਤਲ ਜੀ। ਮਿੱਤਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਨਮਸਕਾਰ ਜੀ। ਮਿੱਤਲ ਸਾਹਿਬ, ਪਿਛਲੇ ਐਪੀਸੋਡ ਦੇ ਵਿੱਚ ਅਸੀਂ ਗੱਲ ਕੀਤੀ ਸੀ ਰਾਹੂ ਦੀ। ਰਾਹੂ ਇੱਕ ਗ੍ਰਹਿ ਹੈ ਤੇ ਇਹਦਾ ਇਨਸਾਨ ਦੇ ਜੀਵਨ ਦੇ ਉੱਤੇ ਕਈ ਤਰ੍ਹਾਂ ਦੇ ਨਾਲ ਪ੍ਰਭਾਵ ਪੈਂਦਾ ਹੈ, ਉਹਨੂੰ ਬੁਲੰਦੀਆਂ ਤੱਕ ਵੀ ਲੈ ਕੇ ਜਾਂਦਾ ਹੈ ਤੇ ਜਿਹੜਾ ਨਕਾਰਾਤਮਕ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈ। ਮਿੱਤਲ ਸਾਹਿਬ, ਗੱਲ ਕੀਤੀ ਜਾਵੇ ਰਾਹੂ ਦੀ ਤਾਂ ਰਾਹੂ ਦੇ ਨਾਲ ਜੁੜੀ ਹੋਈ ਇੱਕ ਦੰਤ ਕਥਾ ਬੜੀ ਪ੍ਰਚਲਿਤ ਹੈ। ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਅਸਲ ਦੇ ਵਿੱਚ ਉਹ ਦੰਤ ਕਥਾ ਹੈ ਕੀ? ਬਿਲਕੁਲ ਜੀ, ਰਾਹੂ ਦੇ ਲਈ ਕਈ ਕਥਾਵਾਂ ਪ੍ਰਚਲਿਤ ਹੈ, ਪਰ ਉਹ 'ਚ ਕਾਫੀ ਪ੍ਰਚਲਿਤ ਕਥਾ ਹੈ ਰਾਹੂ ਦੇ ਉੱਪਰ। ਦੁਰਵਾਸਾ ਰਿਸ਼ੀ ਜੀ ਤਪੱਸਿਆ ਕਰਕੇ ਜਦੋਂ ਆ ਰਹੇ ਸੀ, ਰਸਤੇ 'ਚ ਇੰਦਰ ਆਪਣੇ ਹਾਥੀ ਦੇ ਸਵਾਰ ਹੋ ਕੇ ਜਾ ਰਿਹਾ ਸੀ, ਤਾਂ ਉਹਨਾਂ ਨੇ ਜਦੋਂ ਇੰਦਰ ਨੂੰ ਦੇਖਿਆ ਤਾਂ ਉਹਨਾਂ ਨੇ ਇੰਦਰ ਨੂੰ ਆਪਣੀ ਫੁੱਲ ਮਾਲਾ ਭੇਟ ਕੀਤੀ ਜੀ। ਪਰ ਉਹਨਾਂ ਨੇ ਇੰਦਰ ਨੇ ਹੰਕਾਰ ਦੇ ਵਿੱਚ ਫੁੱਲ ਮਾਲਾ ਉਹਨੂੰ ਲੈ ਕੇ ਨੀਚੇ ਰਸਤੇ 'ਤੇ ਸੁੱਟਤੀ, ਜਿਸ ਕਰਕੇ ਉਹ ਦੁਰਵਾਸਾ ਰਿਸ਼ੀ ਬੜੇ ਕ੍ਰੋਧਿਤ ਹੋ ਗਏ, ਗੁੱਸਾ ਆ ਗਿਆ ਉਹਨਾਂ ਨੇ ਸ਼ਰਾਪ ਦਿੱਤਾ ਕਿ ਤੇਰਾ ਰਾਜਪਾਟ ਉੱਥੇ ਹੀ ਖਤਮ ਹੋ ਜਾਏ। ਤਾਂ ਜਦੋਂ ਉਹਨਾਂ ਦਾ ਰਾਜਪਾਟ ਖਤਮ ਹੋ ਗਿਆ ਤਾਂ ਇੰਦਰ ਬੜਾ ਡਰ ਗਿਆ ਕਿ ਮੇਰਾ ਰਾਜਪਾਟ ਖਤਮ ਹੋ ਗਿਆ, ਤਾਂ ਉਹ ਵਿਸ਼ਨੂੰ ਜੀ ਕੋਲ ਗਏ। ਵਿਸ਼ਨੂੰ ਜੀ ਨੇ ਉਹਨਾਂ ਨੇ ਕਿਹਾ ਕਿ ਹੁਣ ਕੁਛ ਨਹੀਂ ਹੋ ਸਕਦਾ, ਇੱਕ ਤੁਸੀਂ ਰਾਖਸ਼ਾਂ ਨਾਲ ਮਿਲ ਕੇ ਸਮੁੰਦਰ ਮੰਥਨ ਕਰੋ, ਉਸ ਨਾਲ ਇੱਕ ਅੰਮ੍ਰਿਤ ਨਿਕਲੇਗਾ, ਅੰਮ੍ਰਿਤ ਪੀਓ, ਉਸ ਨਾਲ ਤੁਹਾਡਾ ਕਾਫੀ ਰਾਜਪਾਟ ਵਾਪਿਸ ਆਏਗਾ ਸਾਰਾ ਜੀ। ਤਾਂ ਉਹਨਾਂ ਨੇ ਰਾਖਸ਼ਾਂ ਨਾਲ ਮਿਲ ਕੇ ਬਲੀ ਨਾਲ ਗੱਲ ਕਰਕੇ ਉਹਨਾਂ ਨੇ ਸਮੁੰਦਰ ਮੰਥਨ ਕੀਤਾ। ਪਰ ਉਹਨਾਂ 'ਚ ਇੱਕ ਆਪਸ ਸਮਝੌਤਾ ਹੋਇਆ ਸੀ ਕਿ ਜੋ ਵੀ ਸਮੁੰਦਰ 'ਚੋਂ ਨਿਕਲੇਗਾ ਆਪਾਂ ਅੱਧਾ ਅੱਧਾ ਵੰਡਾਂਗੇ। ਜਦੋਂ ਸਮੁੰਦਰ ਮੰਥਨ ਵਿਸ਼ ਨਿਕਲਿਆ, ਕਈ ਰਤਨ ਨਿਕਲੇ, ਮਾਂ ਲక్ష్ਮੀ ਦੀ ਵੀ ਉੱਥੋਂ ਉਤਪਤੀ ਹੋਈ, ਸਭ ਕੁਝ ਹੋਇਆ। ਜੋ ਅੰਮ੍ਰਿਤ ਨਿਕਲਿਆ, ਅੰਮ੍ਰਿਤ ਨਾਲ ਜਦੋਂ ਜਿਹੜਾ ਵੀ ਅੰਮ੍ਰਿਤ ਹੋਏਗਾ ਉਹ ਅਮਰ ਹੋ ਜਾਏਗਾ। ਤਾਂ ਉੱਥੇ ਦੇਖਿਆ ਕਿ ਅੰਮ੍ਰਿਤ ਤਾਂ ਸਿਰਫ ਦੇਵਤਾ ਨੂੰ ਮਿਲਣਾ ਚਾਹੀਦਾ, ਰਾਖਸ਼ਾਂ ਨੂੰ ਨਹੀਂ ਮਿਲਣਾ ਚਾਹੀਦਾ। ਤਾਂ ਉੱਥੇ ਵਿਸ਼ਨੂੰ ਜੀ ਨੇ ਇੱਕ ਕੁੜੀ ਦਾ ਰੂਪ ਧਾਰਨ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਅੰਮ੍ਰਿਤ ਦੋਨੋਂ ਨੂੰ ਬਰਾਬਰ ਵੰਡਾਂਗੀ। ਤਾਂ ਜਦੋਂ ਵਿਸ਼ਨੂੰ ਜੀ ਨੇ ਅੰਮ੍ਰਿਤ ਵੰਡਣਾ ਸ਼ੁਰੂ ਕੀਤਾ, ਕਿ ਵਿਸ਼ਨੂੰ ਜੀ ਨੇ ਅੰਮ੍ਰਿਤ ਤਾਂ ਦੇਵਤਾ ਨੂੰ ਪਿਲਾਤਾ ਤਾਂ ਉਹਨਾਂ ਨੂੰ ਰਾਖਸ਼ਾਂ ਨੂੰ ਕੁਝ ਹੋਰ ਚੀਜ਼ ਯਾਨੀ ਕਿ ਅੰਮ੍ਰਿਤ ਤੋਂ ਇਲਾਵਾ ਕੁਝ ਹੋਰ ਪਿਲਾਤਾ। ਜਦੋਂ ਉਹਨਾਂ ਨੇ ਇੱਕ ਰਾਖਸ਼ ਸੀ ਵਿੱਚੋਂ, ਉਹਨਾਂ ਨੇ ਦੇਖਿਆ ਕਿ ਵਿਸ਼ਨੂੰ ਜੀ ਇਹ ਗਲਤ ਕੰਮ ਕਰ ਰਿਹਾ, ਉਹਨਾਂ ਦਾ ਸਾਡਾ ਧੋਖਾ ਆ ਰਿਹਾ, ਉਹਨਾਂ ਉੱਠ ਕੇ ਦੇਵਤਾ ਰੂਪ ਬਣਾ ਕੇ ਉਹਨਾਂ ਵਿੱਚ ਜਾ ਕੇ ਬੈਠ ਗਿਆ ਦੇਵਤਾ ਦੇ ਵਿੱਚ। ਜੋ ਉਹਨਾਂ ਦੇਵਤਾ ਵਿੱਚ ਉਹਨਾਂ ਨੇ ਅੰਮ੍ਰਿਤ ਪਾਨ ਕਰ ਲਿਆ, ਯਾਨੀ ਉਸ ਰਾਖਸ਼ ਨੇ ਅੰਮ੍ਰਿਤ ਪੀ ਲਿਆ। ਬਾਅਦ 'ਚ ਜੋ ਵਿਸ਼ਨੂੰ ਜੀ ਨੂੰ ਪਤਾ ਚੱਲਿਆ ਕਿ ਇਹ ਤਾਂ ਰਾਖਸ਼ ਸੀ, ਤਾਂ ਉਹਨਾਂ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਉਹਨਾਂ ਦਾ ਗਲਾ ਵੜਤਾ। ਜਦ ਗਲਾ ਵੜਤਾ, ਪਰ ਉਹ ਮਰ ਤਾਂ ਸਕਦਾ ਨਹੀਂ ਸੀ ਕਿ ਉਹ ਅੰਮ੍ਰਿਤ ਲੈ ਚੁੱਕਿਆ ਸੀ, ਅਮਰ ਹੋ ਗਿਆ। ਫਿਰ ਉਹਨਾਂ ਨੇ ਦੇਖਿਆ ਕਿ ਜਦੋਂ ਗਲਾ ਵੜਤਾ ਕਿ ਇਹ ਤਾਂ ਅਮਰ ਹੋ ਚੁੱਕਿਆ। ਤਾਂ ਉਹਨਾਂ ਨੇ ਦੇਖਿਆ ਕਿ ਰਾਹੂ ਨੂੰ ਤੇ ਜਿਹੜਾ ਸਰ ਸੀ ਉਸਨੂੰ ਰਾਹੂ ਕਹਿਤਾ, ਜਦ ਧੜ ਸੀ ਉਸਨੂੰ ਕੇਤੂ ਦਾ ਰੂਪ ਦੇਤਾ। ਤਾਂ ਉਹਨਾਂ ਨੇ ਫਿਰ ਦੇਖਿਆ ਕਿ ਇਸ ਦਾ ਹੁਣ ਕੁਛ ਨਹੀਂ ਹੋ ਸਕਦਾ, 7 ਗ੍ਰਹਿ ਦੇ ਨਾਲ 2 ਗ੍ਰਹਿ ਹੋਰ ਜੋੜ ਕੇ ਉਹਨਾਂ ਦਾ ਗ੍ਰਹਿ ਦੇ ਵਿੱਚ ਉਸਨੂੰ ਸਥਾਨ ਦੇਤਾ, ਜਿਸ ਨੂੰ ਅਸੀਂ ਰਾਹੂ ਕੇਤੂ ਕਹਿੰਦੇ ਹਾਂ। ਰਾਹੂ ਕੇਤੂ ਇੱਕ ਗ੍ਰਹਿ ਨਾ ਹੋ ਗਿਆ, ਇੱਕ ਛਾਇਆ ਗ੍ਰਹਿ ਦੇ ਵਿੱਚ ਹੈ ਜੀ। 7 ਆਪਣੇ ਮੇਨ ਗ੍ਰਹਿ, ਇਹ 2 ਗ੍ਰਹਿ ਸੀ ਛਾਇਆ ਗ੍ਰਹਿ ਮੰਨਦੇ ਆ। ਇਸ ਨੂੰ ਗ੍ਰਹਿ ਨਾਲ ਲੈ ਕੇ ਇੱਕ ਛਾਇਆ ਗ੍ਰਹਿ ਦੇ ਰੂਪ ਚ ਲਿੱਤਾ ਜਾਂਦਾ, ਇਸ ਦਾ ਆਪਣਾ ਅਲੱਗ ਪ੍ਰਭਾਵ ਹੈ। ਇਸ ਤਰ੍ਹਾਂ ਰਾਹੂ ਕੇਤੂ ਦੀ ਉਤਪਤੀ ਹੋਈ ਸੀ ਜੀ। ਤੇ ਗੱਲ ਕੀਤੀ ਜਾਵੇ ਰਾਹੂ ਦੀ, ਤਾਂ ਰਾਹੂ ਦੇ ਕੀ ਲੱਛਣ ਨੇ ਕਿ ਇਨਸਾਨ ਦੇ ਜੀਵਨ ਦੇ ਉੱਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ, ਕੀ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਨੇ? ਦੇਖੋ, ਰਾਹੂ ਇੱਕ ਬਹੁਤ ਅੱਛਾ ਗ੍ਰਹਿ ਵੀ ਹੈ, ਉਹ ਮਾੜਾ ਗ੍ਰਹਿ ਵੀ ਹੈ। ਜਦੋਂ ਮੈਂ ਦੱਸਿਆ ਕਿ ਇਹ ਪਾਪ ਪੁੰਨਿਆ ਦਾ ਗ੍ਰਹਿ, ਕਿ ਪਾਪ ਕਿਵੇਂ ਇੱਕ ਰਾਖਸ਼ ਗ੍ਰਹਿ, ਪੁੰਨਿਆ ਕਿਵੇਂ ਇਸੇ ਅੰਮ੍ਰਿਤ ਪਾਨ ਕੀਤਾ ਪਿਆ। ਉਹ ਇਹ ਜਿਹੜੇ ਮਨੁੱਖ ਦੇ ਕਰਮ ਨੇ, ਮਨੁੱਖ ਦੇ ਜਿਹੜੇ ਕਰਮ ਹੈ ਉਸਦੇ ਹਿਸਾਬ ਨਾਲ ਉਸਨੂੰ ਆਪਣੇ ਫਲ ਦਿੰਦਾ ਹੈ ਜੀ। ਅਗਰ ਆਪਾਂ ਕਰੀਏ ਨਕਾਰਾਤਮਕ, ਉਸ ਦਾ ਪ੍ਰਭਾਵ ਕਿਵੇਂ ਪੈਂਦਾ ਕਿ ਜਿਹੜਾ ਇੱਕ ਵਿਅਕਤੀ ਤੁਸੀਂ ਦੇਖਿਆ ਹੋਵੇ ਬੜਾ ਸਿੱਧਾ ਸਾਦਾ ਵਿਅਕਤੀ ਹੈ, ਅਚਾਨਕ ਹੀ ਉਹ ਆਪਣੇ ਬੁਰੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ, ਕ੍ਰਿਮੀਨਲ ਬਣ ਜਾਂਦਾ ਹੈ। ਉਹ ਰਾਹੂ ਦਾ ਖਰਾਬ ਹੁੰਦਾ ਪ੍ਰਭਾਵ ਹੈ ਜੀ। ਐਸੇ ਵਿਅਕਤੀ ਜਿਹੜੇ ਰਾਹੂ ਦੇ ਪ੍ਰਭਾਵ ਕਾਫੀ ਮਾੜੇ ਪ੍ਰਭਾਵ ਜਾਂਦੇ, ਉਹਨਾਂ ਨੂੰ ਜੇਲ੍ਹ ਯਾਤਰਾ ਵੀ ਹੋ ਜਾਂਦੀ ਹੈ। ਉਹ ਦੇਖਿਆ ਹੋਗਾ ਫਰੋਡ ਕਾਫੀ ਕਰਨੇ ਸ਼ੁਰੂ ਕਰਦੇ ਆ, ਇੱਕਦਮ ਕਾਫੀ ਯਾਨੀ ਫਰੋਡਬਾਜ਼ੀ, ਠੱਗੀ ਠੋਰੀ, ਇਸ ਵਿੱਚ ਉਹ ਬੰਦਾ ਜ਼ਿਆਦਾ ਉਲਝਣਾ ਸ਼ੁਰੂ ਹੋ ਜਾਂਦਾ ਜੀ। ਠੀਕ ਹੈ। ਤੇ ਦੂਜਾ ਦੇਖਿਆ ਜਾ ਕੇ ਉਸਦੇ ਸਰਕਾਰੀ ਜਿਹੜੇ ਕੰਮ ਹੈ ਬੰਦੇ ਦੇ, ਉਹ ਨਹੀਂ ਹੁੰਦੇ ਛੇਤੀ। ਉਹ ਤੁਸੀਂ ਦੇਖਿਆ ਹੋਗਾ ਅਕਸਰ ਕਿ ਉਹਨਾਂ ਦੇ ਲੜਾਈ ਝਗੜਾ ਕਾਫੀ ਵੱਧ ਜਾਂਦਾ ਲੋਕਾਂ ਨਾਲ, ਉਹਨਾਂ ਦਾ ਬਿਹੇਵੀਅਰ ਜੋ ਹੈ ਬੜਾ ਰੂਡ ਹੋ ਜਾਂਦਾ ਰਾਹੂ ਦੇ ਜਿਹੜੇ ਨੈਗੇਟਿਵ ਪ੍ਰਭਾਵ ਹੋਣ ਦੇ ਕਰਕੇ ਜੀ। ਦੂਜਾ ਤੁਸੀਂ ਦੇਖਿਆ ਹੋਏਗਾ ਕਿ ਬੰਦਾ ਅਚਾਨਕ ਹੀ ਗੁੱਸਾ ਕਰਨਾ ਸ਼ੁਰੂ ਕਰਦਾ, ਉਸ ਨੂੰ ਖੁਦ ਨਹੀਂ ਪਤਾ ਹੁੰਦਾ ਕਿ ਮੈਂ ਗੁੱਸੇ 'ਚ ਕਿਉਂ ਆ ਗਿਆ। ਇਹ ਵੀ ਰਾਹੂ ਦੇ ਨੈਗੇਟਿਵ ਪ੍ਰਭਾਵ ਹੈ ਜੀ। ਦੂਜਾ ਇੱਕ ਤੁਸੀਂ ਦੇਖਿਆ ਹੋਗਾ ਘਰ ਦੇ ਵਿੱਚ, ਇੱਕ ਤੁਸੀਂ ਦੇਖਿਆ ਅਚਾਨਕ ਹੀ ਆਪਣੇ ਲਾਲ ਚਿੱਟੀਆਂ ਛੋਟੀ ਛੋਟੀ ਆਉਣੀਆਂ ਸ਼ੁਰੂ ਹੋ ਜਾਂਦੀਆਂ, ਇਹ ਵੀ ਇੱਕ ਰਾਹੂ ਬੁਰੇ ਹੋਣ ਦੇ ਲੱਛਣ ਨੇ। ਕਿ ਜਦੋਂ ਘਰ 'ਚ ਚਿੱਟੀਆਂ ਵੱਧ ਜਾਣ ਤਾਂ ਇਸ ਨੂੰ ਆਪਾਂ ਰਾਹੂ ਦਾ ਬੁਰਾ ਲੱਛਣ ਮੰਨਿਆ ਜਾਂਦਾ ਹੈ। ਦੂਜਾ, ਅਚਾਨਕ ਹੀ ਤੁਹਾਡੇ ਘਰ 'ਚ ਗੰਦਗੀ ਯਾਨੀ ਜੋ ਕਵਾੜ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ, ਅਚਾਨਕ ਹੀ ਬਿਨਾਂ ਮਤਲਬ ਤੋਂ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਵੀ ਇੱਕ ਨਿਸ਼ਾਨੀ ਹੈ ਰਾਹੂ ਖਰਾਬ ਹੋਣ ਦੀ ਜੀ। ਇਸ ਤੋਂ ਅਗਲਾ ਦੂਜੇ ਉਹ ਲੱਛਣ ਹੈ ਕਿ ਤੁਹਾਡਾ ਜਿਸ ਤਰ੍ਹਾਂ ਕਿ ਘਰ ਦੇ ਵਿੱਚ ਇਲੈਕਟ੍ਰੋਨਿਕ ਸਮਾਨ ਅਚਾਨਕ ਹੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਕੋਈ ਮਤਲਬ ਹੀ ਨਹੀਂ। ਕਦੀ ਏਸੀ ਖਰਾਬ ਹੋ ਗਿਆ, ਕਦੀ ਫ੍ਰਿਜ ਖਰਾਬ ਹੋ ਗਿਆ, ਕਦੀ ਟਿਊਬ ਖਰਾਬ ਹੋਈ, ਕੁਛ ਵੀ ਅਚਾਨਕ ਹੀ ਖਰਾਬ ਹੋਣਾ ਸ਼ੁਰੂ ਹੁੰਦਾ। ਇਹ ਵੀ ਇੱਕ ਰਾਹੂ ਖਰਾਬ ਹੋਣ ਦਾ ਇੱਕ ਹੋਰ ਲੱਛਣ ਹੈ। ਰਾਹੂ ਖਰਾਬ ਦੇ ਕਈ ਲੱਛਣ ਹੈਗੇ, ਗੰਦਗੀ ਵਧਣਾ,
ਉੱਪਰ ਛੱਤ ਤੇ ਕਬਾੜ ਜਮਾ ਹੋ ਜਾਣਾ, ਆਪਸ ਚ ਹਸਬੈਂਡ ਵਾਈਫ ਦੇ ਵਿੱਚ ਤਾਲਮੇਲ ਦੀ ਕਮੀ ਹੋ ਜਾਣਾ, ਲੜਾਈ ਝਗੜਾ, ਤੁਹਾਨੂੰ ਸ਼ੱਕ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਕਿ ਤੁਹਾਨੂੰ ਲੱਗਦਾ ਕਿ ਮੇਰੇ ਘਰ ਵਾਲੀ ਜਾਂ ਮੇਰਾ ਘਰ ਵਾਲਾ ਮੇਰਾ ਪਿਆਰ ਨਹੀਂ ਕਰਦਾ, ਆਪਸ ਸੰਬੰਧ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ। ਤੇ ਇੱਕ ਤੋਂ ਵਹਿਮ ਕ੍ਰੀਏਟ ਹੋਣਾ ਸ਼ੁਰੂ ਹੋ ਜਾਂਦਾ ਕਿ ਮੇਰੇ ਤੇ ਕਿਸੇ ਨੇ ਕੁਝ ਕਰਤਾ ਜਾਂ ਮੇਰੇ ਨਾਲ ਕੋਈ ਠੱਗੀ ਥੋੜੀ ਕਰ ਰਿਹਾ ਹੈ, ਕੁਝ ਵੀ ਇਹ ਵਹਿਮ ਕ੍ਰੀਏਟ ਕਰਨੇ ਸ਼ੁਰੂ ਕਰਦੇ ਰਾਹੂ। ਇਹ ਰਾਹੂ ਖਰਾਬ ਹੁੰਦੇ ਲੱਛਣ ਨੇ। ਤੇ ਨਾਲ ਹੀ ਗੱਲ ਕੀਤੀ ਜਾਵੇ ਕੁੰਡਲੀ ਦੇ ਵਿੱਚ ਕੀ ਮਹੱਤਵ ਹੈ ਰਾਹੂ ਦਾ, ਕਿਉਂਕਿ ਰਾਹੂ ਦੇ ਤੁਸੀਂ ਦੱਸਦਾ ਹੈ ਕਿ ਇਨਸਾਨੀ ਜੀਵਨ ਦੇ ਉੱਤੇ ਇਸ ਤਰ੍ਹਾਂ ਪ੍ਰਭਾਵ ਪੈਂਦਾ, ਉਹਦੇ ਵਿਵਹਾਰ ਦੇ ਵਿੱਚ ਜਿਹੜਾ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਨੇ, ਘਰ ਦੇ ਵਿੱਚ ਦਲਿੱਦਰ ਜਾਂ ਘਰ ਦੇ ਵਿੱਚ ਕੋਈ ਵੀ ਇਲੈਕਟ੍ਰੋਨਿਕਸ ਜਿਹੜੀਆਂ ਚੀਜ਼ਾਂ ਨੇ ਉਹ ਖਰਾਬ ਹੋਣ ਲੱਗ ਜਾਂਦੀਆਂ ਨੇ। ਕੁੰਡਲੀ ਦੇ ਵਿੱਚ ਜੇਕਰ ਇਹਦੀ ਸਥਿਤੀ ਅਲੱਗ-ਅਲੱਗ ਦੇਖੀ ਜਾਵੇ ਤਾਂ ਕਿੰਨਾ ਕੁ ਪ੍ਰਭਾਵ ਪਾਉਂਦੀ ਹੈ? ਦੇਖੋ ਕੁੰਡਲੀ ਵਿੱਚ ਰਾਹੂ ਦੀ ਸਥਿਤੀ ਦੇਖਿਆ ਬਹੁਤ ਪ੍ਰਭਾਵ ਪਾਉਂਦੀ ਹੈ। ਜਦੋਂ ਆਪਾਂ ਪਹਿਲਾਂ ਗੱਲ ਕਰੀਏ ਰਾਹੂ ਅਗਰ ਤੁਹਾਡੇ ਪਹਿਲੇ ਘਰ ਦੇ ਵਿੱਚ ਹੈ, ਆਪਾਂ ਉਸਨੂੰ ਲਗਨ ਦੇ ਵਿੱਚ ਕਹਿੰਦੇ ਹਾਂ। ਅਗਰ ਉਹ ਤੁਹਾਡਾ ਅੱਛਾ ਰਾਹੂ ਹੈ ਤੁਹਾਨੂੰ ਚਲਾਕ ਬਣਾ ਦੇਗਾ, ਤੁਹਾਡੀ ਸੋਚ ਬੜੀ ਸ਼ਾਰਪ ਮਾਈਂਡ ਬਣਾ ਦੇਗਾ ਜੀ। ਅਗਰ ਉਹ ਹੀ ਨੈਗੇਟਿਵ ਹੈ ਉਹ ਤੁਹਾਡਾ ਡਬਲ ਮਾਈਂਡਡ ਕਰ ਦੇਗਾ, ਤੁਹਾਨੂੰ ਸੋਚਣ ਸਮਝਣ ਦੀ ਸ਼ਕਤੀ ਨਹੀਂ ਖਰਾਬ ਕਰ ਦੇਗਾ ਬਿਲਕੁਲ ਹੀ। ਤੁਸੀਂ ਡਿਸੀਜ਼ਨ ਲੈ ਨਹੀਂ ਪਾਓਗੇ ਕਿ ਮੈਂ ਕੀ ਕਰਾਂ, ਐਵੇਂ ਕਰਾਂ ਜਾਂ ਉਵੇਂ ਕਰਾਂ। ਡਬਲ ਮਾਈਂਡਡ ਜਿਸ ਨੂੰ ਆਪਾਂ ਕਹਿੰਦੇ ਉਹ ਕਰ ਦੇਗਾ, ਤੁਹਾਡੇ ਦਾ ਜਿਹੜਾ ਰੂਪ ਹੈ ਉਸ ਨੂੰ ਖਰਾਬ ਕਰ ਦੇਗਾ। ਠੀਕ ਹੈ, ਉਹੀ ਅਗਰ ਮੈਂ ਤੁਹਾਨੂੰ ਛੋਟਾ ਦੱਸੂਗਾ, ਦੂਜੇ ਘਰ 'ਚ ਅਗਰ ਹੋਵੇ, ਦੂਜੇ ਘਰ 'ਚ ਆ ਕੇ ਤੁਹਾਡੀ ਬਾਣੀ ਖਰਾਬ ਕਰ, ਜਿਹੜੀ ਬੋਲ ਬਾਣੀ ਯਾਨੀ ਉਹ ਖਰਾਬ ਕਰ ਦੇਗਾ। ਤੁਹਾਡੇ ਮੂੰਹ 'ਚੋਂ ਪਤਾ ਨਹੀਂ ਚੱਲੇਗਾ ਕਦੋਂ ਤੁਹਾਡੇ ਮੂੰਹ 'ਚੋਂ ਗਾਲੀ ਨਿਕਲ ਗਈ ਜਾਂ ਗਲਤ ਵਿਵਹਾਰ ਦੂਜੇ ਨਾਲ ਹੋ ਗਿਆ, ਤੁਹਾਡੇ ਪਰਿਵਾਰ ਵਿੱਚ ਅਸ਼ਾਂਤੀ ਪੈਦਾ ਕਰ ਦੇਗਾ। ਤੇ ਜੇ ਅਚਾਨਕ ਹੀ ਤੁਸੀਂ ਬਿਨਾਂ ਸੋਚੇ ਸਮਝੇ ਕੰਮ ਕਰਨੇ ਸ਼ੁਰੂ ਕਰ ਦੋਗੇ, ਬਿਨਾਂ ਮਤਲਬ ਤੋਂ ਹੀ ਕੰਮ ਕਰਨੇ ਸ਼ੁਰੂ, ਜਿਸ ਦਾ ਤੁਹਾਡੇ ਕਿਸੇ ਨਾ ਕਿਸੇ ਤਰੀਕੇ ਤੇ ਤੁਹਾਡੇ ਪ੍ਰਭਾਵ ਪਏਗਾ ਹੀ ਪਏਗਾ ਨੈਗੇਟਿਵ। ਚੌਥਾ, ਤੁਹਾਡਾ ਘਰ ਦੇ ਵਿੱਚ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਏਗੀ, ਤੁਹਾਡੀ ਮਾਤਾ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਜਾਏਗੀ। ਇਹ ਡਿਪੈਂਡ ਕਰਦਾ ਹੈ ਰਾਹੂ ਦੀ ਅਲੱਗ-ਅਲੱਗ ਸਥਿਤੀਆਂ ਦੇ ਉੱਪਰ ਜੀ। ਜਿਸ ਤਰ੍ਹਾਂ 7ਵੇਂ ਘਰ 'ਚ ਆ ਜਾਏ ਤੁਹਾਡੀ ਘਰ ਵਾਲੀ ਨਾਲ ਜਾਂ ਘਰ ਵਾਲਿਆਂ ਨਾਲ ਤੁਹਾਡੀ ਸਥਿਤੀ ਖਰਾਬ ਹੋ ਜਾਏਗੀ। 10ਵੇਂ ਘਰ 'ਚ ਆ ਜਾਏ ਤੁਹਾਡੇ ਬਿਜ਼ਨਸ ਵਿੱਚ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਏਗੀ। ਐਸਾ ਅਲੱਗ-ਅਲੱਗ ਸਥਿਤੀਆਂ ਦੇ ਨਾਲ ਅਸੀਂ ਦੇਖਦੇ ਹਾਂ ਕਿ ਰਾਹੂ ਖਰਾਬ ਹੋ ਜਾਂਦਾ ਹੈ। ਬਟ ਡਿਪੈਂਡ ਕਰਦਾ ਹੈ ਕਿ ਕਦੋਂ ਖਰਾਬ ਹੋਏਗਾ। ਜਦੋਂ ਗੋਚਰ ਔਰ ਤੁਹਾਡਾ ਦਸ਼ਾ ਅੰਤਰਦਸ਼ਾ ਰਾਹੂ ਦੀ ਆਉਂਦੀ ਹੋਵੇ, ਨੈਗੇਟਿਵ ਰਾਹੂ ਦੀ, ਔਰ ਜਦੋਂ ਗੋਚਰ ਆਉਂਦਾ ਹੋਵੇ, ਜਦੋਂ ਰਾਹੂ ਗੋਚਰ ਕਰੇਗਾ ਅਲੱਗ-ਅਲੱਗ ਘਰਾਂ ਦੇ ਵਿੱਚ, ਉਸ ਤਰ੍ਹਾਂ ਉਸ ਘਰ ਦੇ ਰਿਲੇਟਡ ਤੁਹਾਨੂੰ ਪ੍ਰੋਬਲਮ ਆਏਗੀ ਜੀ। ਜਿਵੇਂ ਤੁਹਾਨੂੰ ਦੱਸਿਆ ਚੌਥੇ ਘਰ ਮਾਤਾ ਨੂੰ ਪ੍ਰੋਬਲਮ, ਅਗਰ ਨੈਗੇਟਿਵ ਰਾਹੂ ਚੌਥੇ ਘਰ 'ਚ ਅਗਰ ਚੱਲ ਰਿਹਾ ਗੋਚਰ ਦੇ ਵਿੱਚ ਤਾਂ ਉਦੋਂ ਤੁਹਾਡੀ ਮਾਤਾ ਨੂੰ ਪ੍ਰੋਬਲਮ ਆਏਗੀ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਰਾਹੂ ਦੀ ਸਥਿਤੀ ਦੇਖਣੀ ਪੈਂਦੀ ਹੈ ਤੇ ਗੋਚਰ ਵੀ ਦੇਖਣਾ ਪੈਂਦਾ ਕਿ ਗੋਚਰ ਅੱਜ ਕੱਲ੍ਹ ਰਾਹੂ ਕਿੱਥੇ ਹੈ। ਰਾਹੂ ਜਿਹੜਾ ਜਦੋਂ ਤੁਸੀਂ ਦੇਖਦੇ ਖਰਾਬ ਹੈ, ਤੁਸੀਂ ਦੇਖੋ ਜਦੋਂ ਆਦਮੀ ਹੈ ਉਹ ਨਸ਼ਾ 'ਚ ਪੈਣਾ ਸ਼ੁਰੂ ਹੋ ਜਾਂਦਾ ਹੈ, ਸੁੱਖਾ ਨਸ਼ਾ 'ਚ ਹੋ ਜਾਂਦਾ, ਉਹਦੇ ਨਸ਼ੇ ਦੀ ਆਦਤ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਬੰਦੇ ਦੀ 'ਚ ਲੋਨ ਲੈਣ ਦੀ ਪ੍ਰਵਿਰਤੀ ਯਾਨੀ ਉਧਾਰ ਲੈਣ ਦੀ ਜਿਹੜੀ ਭਾਵਨਾ ਵੱਧ ਜਾਂਦੀ ਹੈ। ਅਗਰ ਉਹ 100 ਦੀ ਕਮਾਈ ਕਰੇ ਤਾਂ ਵੀ ਲੋਨ ਲਏਗਾ, ਅਗਰ 200 ਦੀ ਕਮਾਈ ਕਰੇ ਤਾਂ ਵੀ ਲੋਨ ਲਏਗਾ। ਉਸ 'ਚ ਜਿਹੜੀ ਆਦਤ ਪੈ ਜਾਂਦੀ ਹੈ ਲੋਨ ਲੈਣ ਦੀ, ਅਗਰ ਕੋਈ ਉਸਨੂੰ ਗੁਰੂ ਮਿਲ ਜਾਏ, ਕੋਈ ਚੰਗਾ ਬੰਦਾ ਮਿਲ ਜਾਏ, ਉਸਨੂੰ ਉਸ ਆਦਤ ਤੋਂ ਕੱਢਦੇ ਤਾਂ ਠੀਕ ਹੈ, ਨਹੀਂ ਤਾਂ ਉਸਨੂੰ ਆਦਤ ਸਾਰੀ ਉਮਰ ਰਹੇਗੀ ਲੋਨ ਲੈਣ ਦੀ ਬੇਮਤਲਬ। ਚਾਹੇ ਉਸਨੂੰ ਲੋੜ ਹੈ ਚਾਹੇ ਨਹੀਂ ਹੈ ਤਾਂ ਵੀ ਉਹ ਲੋਨ ਲਏਗਾ ਹੀ ਲਏਗਾ ਤੇ ਨਸ਼ਾ ਕਿ ਨਹੀਂ ਭੱਜੇਗਾ। ਇਸ ਕਰਕੇ ਅਸੀਂ ਦੇਖਿਆ ਜਾਂਦਾ ਕਿ ਜਿਹੜਾ ਰਾਹੂ ਦਾ ਮਤਲਬ ਖਰਾਬ ਵਿਅਕਤੀ ਹੈ ਉਸਨੂੰ ਸਹੀ ਟਾਈਮ ਤੇ ਆਪਣੇ ਉਪਾਅ ਵਗੈਰਾ ਕਰਕੇ ਤੂੰ ਸਹੀ ਠੀਕ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਉਹ ਕਈ ਪ੍ਰੋਬਲਮ 'ਚ ਫਸਣਾ ਸ਼ੁਰੂ ਹੋ ਜਾਂਦਾ ਹੈ ਜੀ। ਮਿੱਤਲ ਸਾਹਿਬ, ਉਪਾਅ ਕੀ ਕਰ ਸਕਦੇ ਆ ਰਾਹੂ ਦੀ ਜਿਹੜੀ ਸਥਿਤੀ ਹੈ ਉਸ ਨੂੰ ਠੀਕ ਕਰਨ ਵਾਸਤੇ, ਉਹਦੇ ਜਿਹੜੇ ਲੱਛਣ ਵਿਅਕਤੀ ਦੇ ਸਰੀਰ ਦੇ ਉੱਤੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਠੀਕ ਕਰਨ ਵਾਸਤੇ ਕੋਈ ਆਸਾਨ ਜੇ ਕੀ ਨੇ, ਟਿਪਸ ਕੀ ਨੇ, ਉਪਾਅ ਕੀ ਨੇ? ਦੇਖੋ ਉਪਾਅ ਇਸਦੇ ਕਾਫੀ ਉਪਾਅ ਨੇ, ਮੈਂ ਤੁਹਾਨੂੰ ਅੱਜ ਦੱਸਾਂਗਾ। ਜਿਸ ਆਪਾਂ ਸਰਲ ਉਪਾਅ ਦੀ ਗੱਲ ਕਰਾਂਗੇ ਜਿਹੜਾ ਬੰਦਾ ਘਰ ਬੈਠੇ ਆਰਾਮ ਨਾਲ ਕਰ ਸਕਦਾ। ਪਹਿਲਾ ਉਪਾਅ ਇਸਦਾ ਇਹ ਹੈ ਜੀ ਕਿ ਪਹਿਲਾਂ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੀ ਇੱਕ ਵਿਵਹਾਰ 'ਚ ਚੇਂਜ ਆ ਗਿਆ ਹੈ, ਵਿਵਹਾਰ ਤੁਹਾਡਾ ਖਰਾਬ ਹੋ ਗਿਆ ਹੈ, ਤਾਂ ਪਹਿਲਾਂ ਤਾਂ ਸਭ ਤੋਂ ਵੱਡਾ ਉਪਾਅ ਹੈ ਕਿ ਉਸ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋ, ਉਸ 'ਤੇ ਕੰਟਰੋਲ ਲੈ ਕੇ ਆਓ ਕਿ ਤੁਹਾਡਾ ਆਪਣਾ ਸੈਲਫ ਕੰਟਰੋਲ ਹੀ ਸਭ ਤੋਂ ਵੱਡਾ ਉਪਾਅ ਹੈ ਜੀ। ਦੂਜਾ ਉਪਾਅ ਕਿ ਘਰ ਦੇ ਵਿੱਚ ਸਮੁੰਦਰੀ ਨਮਕ ਦਾ ਪੋਚਾ ਲਾਓ। ਇਹ ਅਗਰ ਵਾਸਤੂ ਦੇ ਹਿਸਾਬ ਨਾਲ ਵੀ ਇਹ ਬਹੁਤ ਵਧੀਆ ਉਪਾਅ ਹੈ। ਇਹ ਇੱਕ ਰਾਹੂ ਦਾ ਵੀ ਉਪਾਅ ਹੈ ਤੇ ਵਾਸਤੂ ਦੋਸ਼ ਵੀ ਇਸ ਨੂੰ ਦੂਰ ਕਰਦਾ ਹੈ ਜੀ। ਦੂਜਾ ਉਪਾਅ ਹੈ ਕਿ ਸਮੁੰਦਰੀ ਨਮਕ ਦਾ ਜਾਂ ਪਾਣੀ ਲੈ ਕੇ ਟੱਬ ਦੇ ਵਿੱਚ ਉਸ 'ਚ ਪੈਰ ਡੁਬੋ ਕੇ ਰੱਖੋ, ਤਾਂ ਕਾਫੀ ਥੋੜੀ ਦੇਰ ਪੈਰ ਡੁਬੋ ਕੇ ਰੱਖੋ ਤਾਂ ਕਿ ਤੁਹਾਡੇ ਅੰਦਰ ਜੋ ਰਾਹੂ ਦੀ ਨੈਗੇਟਿਵਿਟੀ ਹੈ ਉਹ ਉਸ ਪਾਣੀ 'ਚ ਨਿਕਲ ਜੇ। ਜੋ ਥੋੜੀ ਦੇਰ ਉਸ ਪਾਣੀ ਨੂੰ ਫਲਸ਼ 'ਚ ਗੇਰਨਾ ਜਾਂ ਗੰਦੀ ਨਾਲੀ 'ਚ ਫਲਸ਼ 'ਚ ਗੇਰਨਾ, ਕਿਤੇ ਹੋਰ ਨਹੀਂ ਗੇਰਨਾ ਉਸਨੂੰ। ਉਸ ਗਿਰਨ ਤੋਂ ਬਾਅਦ ਉਹ ਜਿਹੜਾ ਫਲਸ਼ ਕਰਨ ਤੋਂ ਬਾਅਦ ਜਿਹੜਾ ਜਿਸ 'ਚ ਪਾਣੀ ਰੱਖਿਆ ਗਿਆ ਸੀ ਉਸ ਨੂੰ ਚੰਗੀ ਤਰ੍ਹਾਂ ਮਾਂਜ ਦੇਣਾ ਤਾਂ ਕਿ ਉਸਦੇ ਵਿੱਚ ਉਸਦਾ ਕੋਈ ਕਣ ਰਹਿ ਨਾ ਜਾਏ ਜੀ। ਠੀਕ ਹੈ ਜੀ। ਚੌਥਾ ਉਪਾਅ, ਇੱਕ ਤੁਸੀਂ ਚਾਂਦੀ ਦੀ ਠੋਸ ਗੋਲੀ ਗੋਲ ਉਹ ਬਣਾ ਕੇ ਆਪਣੀ ਜੇਬ 'ਚ ਰੱਖੋ ਜੀ। ਠੀਕ ਹੈ ਜੀ। ਇੱਕ ਹੋਰ ਉਪਾਅ ਤੁਹਾਨੂੰ ਦੱਸਦਾ ਜੀ, ਕੱਚੇ ਕੋਲੇ, ਆਮ ਕੱਚੇ ਕੋਲੇ ਮਿਲ ਜਾਂਦੇ ਨੇ, ਪੱਕਾ ਕੋਲਾ ਨਹੀਂ, ਕੱਚਾ ਕੋਲਾ। ਕੱਚਾ ਕੋਲਾ ਸ਼ਨੀਵਾਰ ਸ਼ਾਮ ਨੂੰ ਜਲ ਪ੍ਰਵਾਹ ਕਰੋ ਜੀ। ਇਸ ਤੋਂ ਇਲਾਵਾ ਪਾਣੀ ਵਾਲਾ ਨਾਰੀਅਲ, ਜਟਾ ਵਾਲਾ ਜਾਂ ਨਾਰੀਅਲ ਆਪਾਂ ਕਹਿੰਦੇ ਆ, ਉਹ ਸ਼ਨੀਵਾਰ ਨੂੰ ਉਸ ਦਾ ਵੀ ਜਲ ਪ੍ਰਵਾਹ ਕਰੋ ਜੀ। ਠੀਕ ਹੈ ਜੀ। ਇਹ ਤੁਹਾਨੂੰ ਮੈਂ ਅਲੱਗ-ਅਲੱਗ ਉਪਾਅ ਦੱਸ ਰਿਹਾ, ਜਿਹੜਾ ਤੁਹਾਨੂੰ ਸੂਟ ਕਰੇ ਤੁਸੀਂ ਆਪਣਾ ਉਪਾਅ ਕਰ ਸਕਦੇ ਹੋ। ਸਭ ਤੋਂ ਵੱਡਾ ਉਪਾਅ ਘਰ ਦੇ ਵਿੱਚ ਗੰਦਗੀ ਨਾ ਪੈਦਾ ਹੋਣ ਦਿਓ ਜੀ, ਸਪੈਸ਼ਲੀ ਬਾਥਰੂਮ ਦੇ ਵਿੱਚ, ਟਾਇਲਟ ਦੇ ਵਿੱਚ। ਇਹ ਸਫਾਈ ਰੱਖੋ
ਤੇ ਅਗਰ ਤੁਹਾਡੇ ਘਰ 'ਚ ਕਬਾੜ ਜਮ੍ਹਾਂ ਹੋ ਰਿਹਾ ਤਾਂ ਉਸ ਕਬਾੜ ਨੂੰ ਜਮ੍ਹਾਂ ਨਾ ਹੋਣ ਦਿਓ, ਕਿਉਂਕਿ ਕਾਗਜ਼ ਜ਼ਿਆਦਾ ਕਬਾੜ, ਜਿੰਨਾ ਕਬਾੜ ਜਮ੍ਹਾਂ ਹੋਏਗਾ ਉਨਾ ਤੁਹਾਡਾ ਰਾਹੂ ਖਰਾਬ ਹੋਏਗਾ। ਇਸ ਕਰਕੇ ਕਬਾੜ ਜਮ੍ਹਾਂ ਨਹੀਂ ਹੋਣ ਦੇਣਾ। ਅਗਰ ਇਲੈਕਟ੍ਰੋਨਿਕ ਸਮਾਨ ਕੋਈ ਵੀ ਖਰਾਬ ਹੈ ਉਸ ਨੂੰ ਠੀਕ ਕਰਾ ਕੇ ਰੱਖੋ, ਅਗਰ ਨਹੀਂ ਹੈ ਤਾਂ ਉਸ ਨੂੰ ਘਰੋਂ ਕੱਢ ਦਿਓ। ਅਗਰ ਤੁਹਾਨੂੰ ਉਸਦਾ ਯੂਜ਼ ਨਹੀਂ ਹੈ ਜੀ, ਬੰਦ ਘੜੀਆਂ ਅਗਰ ਘਰ 'ਚ ਹੈ ਉਹਨਾਂ ਨੂੰ ਚਲਾਓ। ਅਗਰ ਤੁਹਾਡੀ, ਮੈਂ ਫਿਰ ਕਹੂੰਗਾ, ਅਗਰ ਤੁਹਾਡੀ ਘੜੀ ਯੂਜ਼ ਵਾਲੀ ਹੈਗੀ ਹੈ ਤਾਂ ਉਸ ਨੂੰ ਚਲਾਓ, ਨਹੀਂ ਤਾਂ ਉਹਨੂੰ ਘਰੋਂ ਕੱਢ ਦਿਓ। ਉਸ ਨੂੰ ਬੰਦ ਕਰੀ ਘਰ 'ਚ ਨਹੀਂ ਰੱਖੀ, ਜਿਸ ਕਰਕੇ ਬੁੱਧ ਵੀ ਤੁਹਾਡਾ ਖਰਾਬ ਹੁੰਦਾ, ਰਾਹੂ ਵੀ ਤੁਹਾਡਾ ਖਰਾਬ ਹੁੰਦਾ ਜੀ। ਜੋ ਸਭ ਤੋਂ ਵੱਡਾ ਉਪਾਅ ਤਾਂ ਤੁਹਾਨੂੰ ਮੈਂ ਦੱਸ ਹੀ ਰਿਹਾ ਕਿ ਆਪਣਾ ਵਿਵਹਾਰ ਚੇਂਜ ਕਰੋ। ਉਸ ਤੋਂ ਬਾਅਦ ਮੋਰ ਪੰਖ, ਤੁਸੀਂ ਮੋਰ ਪੰਖ ਦੇਖੇ ਹੋਣੇ। ਰਾਹੂ ਨੂੰ ਅਸੀਂ ਲੈਂਦੇ ਹਾਂ ਸੱਪ ਜੀ, ਉਹ ਸੱਪ ਕਿਸ ਤੋਂ ਡਰਦਾ? ਮੋਰ ਤੋਂ। ਇਸ ਕਰਕੇ ਤੁਸੀਂ ਅਗਰ ਮੋਰ ਪੰਖ ਘਰ ਚ ਲਾਉਂਦੇ ਹੋ ਤਾਂ ਉਹ ਵੀ ਰਾਹੂ ਦਾ ਉਪਾਅ ਹੈ, ਬੁੱਧ ਤੇ ਰਾਹੂ ਦਾ ਦੋਨਾਂ ਦਾ ਉਪਾਅ ਹੈ। ਔਰ ਮੋਰ ਪੰਖ ਵਾਸਤੂ ਦੋਸ਼ ਵੀ ਦੂਰ ਕਰਦਾ ਹੈ ਜੀ। ਠੀਕ ਹੈ ਜੀ। ਇੱਕ ਇਹ ਸਭ ਤੋਂ ਵੱਡੇ ਉਪਾਅ ਰਾਹੂ ਦੇ ਹੈਗੇ ਜੋ ਤੁਸੀਂ ਘਰ ਚ ਬੈਠ ਕੇ ਆਰਾਮ ਨਾਲ ਕਰ ਸਕਦੇ ਹੋ ਜੀ। ਤੇ ਮੋਰ ਪੰਖ ਰੱਖਣਾ ਕਿੱਥੇ ਹੈ? ਦੇਖੋ ਜੀ, ਮੋਰ ਪੰਖ ਤੁਸੀਂ ਸਾਊਥ ਵੈਸਟ ਚ ਰੱਖ ਸਕਦੇ ਹੋ ਜਾਂ ਨਾਰਥ ਵੈਸਟ ਚ। ਇੱਥੇ ਤੁਸੀਂ ਮੋਰ ਪੰਖ ਕਿਤੇ ਆਪਣੇ ਘਰ ਦੇ ਵਿੱਚ ਲਾ ਸਕਦੇ ਹੋ, ਕਮਰੇ ਦੇ ਵਿੱਚ ਲਾ ਸਕਦੇ ਹੋ ਮੋਰ ਪੰਖ, ਜਿਸ ਤਰ੍ਹਾਂ ਤੁਹਾਡੇ ਕਈ ਦੋਸ਼ ਵਾਸਤੂ ਦੇ ਦੂਰ ਹੁੰਦੇ ਜੀ। ਤੇ ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਤਾਂ ਸੰਦੇਸ਼ ਇਹ ਦੇਣਾ ਚਾਹੂੰਗਾ ਜੀ, ਸਭ ਤੋਂ ਵੱਡਾ ਉਪਾਅ ਤੁਹਾਡੀ ਆਪਣੀ ਨੇਚਰ ਹੈ ਜੀ, ਚੇਂਜ ਕਰੋ। ਇਹ ਤਾਂ ਬਾਕੀ ਉਪਾਅ ਤੁਹਾਨੂੰ ਹੈਲਪ ਕਰਨਗੇ। ਅਗਰ ਤੁਸੀਂ ਆਪਣੇ ਵਿਵਹਾਰ ਦੇ ਵਿੱਚ ਚੇਂਜ ਕਰੋਗੇ ਤਾਂ ਤੁਹਾਡੇ ਉਪਾਅ ਆਪਣੇ ਆਪ ਰਾਹੂ ਸਹੀ ਹੋ ਜਾਏਗਾ। ਜੋ ਤੁਹਾਨੂੰ ਲੱਗਦਾ ਤੁਹਾਡੀ ਬਾਣੀ ਯਾਨੀ ਤੁਹਾਡਾ ਬੋਲਬਾਣੀ ਖਰਾਬ ਹੋ ਰਹੀ ਹੈ, ਜੋ ਤੁਸੀਂ ਆਪਣਾ ਸੈਲਫ ਕੰਟਰੋਲ ਰੱਖੋਗੇ, ਉਹ ਉਸੀ ਨਾਲ ਹੀ ਤੁਹਾਡਾ ਕਾਫੀ ਵੱਡੇ ਉਪਾਅ ਹੋਏ ਨੇ। ਉਸ ਤੋਂ ਵੱਡਾ ਉਪਾਅ ਕੋਈ ਨਹੀਂ ਹੈ। ਮਿੱਤਲ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ ਤੇ ਆਪਣੇ ਜੋਤਿਸ਼ ਦੇ ਨਾਲ ਜੁੜੇ ਹੋਏ ਵਿਚਾਰ ਸਾਂਝੇ ਕੀਤੇ, ਦੱਸਿਆ ਕਿ ਰਾਹੂ ਦੀ ਸਥਿਤੀ ਕੀ ਹੈ, ਰਾਹੂ ਦੇ ਲੱਛਣ ਖਰਾਬ ਹੋਣ ਦੇ ਕੀ ਨੇ ਤੇ ਇਹਨਾਂ ਨੂੰ ਛੋਟੇ ਜਿਹੇ ਉਪਾਅ ਕਰਕੇ ਕਿਵੇਂ ਠੀਕ ਕੀਤਾ ਜਾ ਸਕਦਾ। ਤੇ ਜਿਹੜਾ ਤੁਸੀਂ ਰਾਹੂ ਨੂੰ ਠੀਕ ਕਰਨ ਦਾ ਜਿਹੜਾ ਸਭ ਤੋਂ ਆਸਾਨ ਉਪਾਅ ਦੱਸਿਆ ਉਹ ਇਹ ਕੀ ਹੈ, ਜਦੋਂ ਅਸੀਂ ਆਪਣੇ ਆਪ ਦੇ ਵਿੱਚ ਬਦਲਾਵ ਕਰਾਂਗੇ ਤਾਂ ਰਾਹੂ ਆ ਜਿਹੜਾ ਉਹਦਾ ਡਰ ਆ, ਉਹਦਾ ਭੈ ਆ, ਸਾਡੇ ਮਨਾਂ ਦੇ ਵਿੱਚੋਂ, ਸਾਡੇ ਜੀਵਨ 'ਚੋਂ ਆਪਣੇ ਆਪ ਹੀ ਨਿਕਲ ਜਾਵੇਗਾ। ਸੋ ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਹੈ ਰਾਹੂ ਗ੍ਰਹਿ ਦੀ। ਰਾਹੂ ਗ੍ਰਹਿ ਇਨਸਾਨ ਦੇ ਜੀਵਨ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾਉਂਦਾ ਹੈ ਤੇ ਹੋਰ ਨੁਕਤੇ ਲੈ ਕੇ ਇਸੇ ਤਰ੍ਹਾਂ ਫਿਰ ਹਾਜ਼ਰ ਹੋਵਾਂਗੇ। ਤੇ ਨਾਲ ਹੀ ਦਰਸ਼ਕਾਂ ਨੂੰ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜੋਤਿਸ਼ ਦੇ ਨਾਲ ਨਾਲ ਵਾਸਤੂ ਸ਼ਾਸਤਰ ਦੀ ਵੀ ਗੱਲ ਕਰਾਂਗੇ। ਵਾਸਤੂ ਟਿਪਸ ਵੀ ਤੁਹਾਨੂੰ ਦੱਸੇ ਜਾਣਗੇ ਤਾਂ ਜੋ ਤੁਹਾਡੇ ਜਿਹੜੇ ਘਰ ਦੇ ਵਿੱਚ ਖੁਸ਼ਹਾਲੀ ਆ ਸਕੇ। ਤੇ ਨਾਲ ਹੀ D5 ਚੈਨਲ ਪੰਜਾਬੀ ਦੇ ਉੱਤੇ ਜਦੋਂ ਸਾਡਾ ਇਹ ਪ੍ਰੋਗਰਾਮ ਦੇਖਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਖਾਸ ਪ੍ਰੋਗਰਾਮ ਰੱਖਾਂਗੇ, ਲਾਈਵ ਪ੍ਰੋਗਰਾਮ ਹੋਵੇਗਾ। ਉਹਦੇ ਵਿੱਚ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਵਿਕਾਸ ਮਿੱਤਲ ਜੀ ਦੁਆਰਾ ਦਿੱਤੇ ਜਾਣਗੇ। ਇਸੇ ਤਰ੍ਹਾਂ ਜੁੜੇ ਰਹੋ D5 ਚੈਨਲ ਪੰਜਾਬੀ ਦੇ ਨਾਲ।